ਸਤਿਕਾਰਯੋਗ ਮਾਨਯੋਗ ਗੁਰੂ ਰੂਪ ਭਗਵਾਨ ਵਾਲਮੀਕ ਜੀ ਦੇ ਪਿਆਰਿਓ, ਸ੍ਰੀ ਵਾਲਮੀਕ ਭਗਵਾਨ ਜੀ ਦੇ ਪ੍ਰਗਟ ਦਿਵਸ 'ਤੇ ਵਿਸ਼ੇਸ਼ ਲੇਖ। ਅੱਜ ਦਿਨ ਸ਼ਨਿਚਰਵਾਰ 30 ਅਕਤੂਬਰ 2021 ਛੇਵੀਂ ਕਿਸ਼ਤ। ਇਸ ਛੇਵੀਂ ਕਿਸ਼ਤ ਵਿੱਚ ਤੀਜੇ ਵਾਲਮੀਕ ਜੀ ਦਾ ਵਿਖਿਆਨ ਕੀਤਾ ਜਾਵੇਗਾ, ਜਿਸ ਵਾਲਮੀਕ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਦੀ ਵਾਰ 10ਵੀਂ ਦੀ 19ਵੀਂ ਪੌੜੀ ਵਿੱਚ ਵਰਣਨ ਕੀਤਾ ਗਿਆ ਹੈ। ਇਸ ਵਾਲਮੀਕ ਜੀ ਨੂੰ ਸਪਤਰਿਖੀਆਂ ਨੇ ਮਰਾ ਦਾ ਉਪਦੇਸ਼ ਦਿੱਤਾ ਸੀ। ਸਾਖੀ ਪ੍ਰਮਾਣ ਗ੍ਰੰਥਾਂ ਵਿੱਚ ਇਸ ਦੀ ਜਾਤੀ ਭੀਲ ਲਿਖੀ ਹੈ। ਇਸ ਦੇ ਪਿਤਾ ਦਾ ਨਾਮ ਅਤੇ ਇਲਾਕੇ ਦਾ ਨਾਮ ਨਹੀਂ ਲਿਖਿਆ। ਇਸ ਦਾ ਇਹ ਪ੍ਰਸੰਗ 1947 ਤੋਂ ਪਹਿਲੇ ਦੇ ਛਪੇ ਸਾਖੀ ਪ੍ਰਮਾਣ ਗ੍ਰੰਥਾਂ ਵਿੱਚ ਹੈ। ਗੁਰਬਾਣੀ ਅਤੇ ਵਾਰ ਵਿੱਚ ਆਏ ਪ੍ਰਮਾਣ ਇਸੇ ਵਾਲਮੀਕ ਜੀ ਦਾ ਵਰਣਨ ਕਰਦੇ ਹਨ। ਪਹਿਲਾ ਅਤੇ ਦੂਜਾ ਦੋਵੇਂ ਵਾਲਮੀਕ ਜੀ ਰਾਮ ਜੀ ਦੇ ਸਮੇਂ ਵਿੱਚ ਹੋਏ। ਪਾਂਡਵਾਂ ਕੈਰਵਾਂ ਸਮੇਂ ਕ੍ਰਿਸ਼ਨ ਜੀ ਹੋਏ। ਵਾਲਮੀਕ ਜੀ ਨੂੰ ਮਰਾ ਦਾ ਉਪਦੇਸ਼ ਦੇਣ ਵਾਲੇ ਸਪਤਰਿਖੀ ਸ੍ਰੀ ਕ੍ਰਿਸ਼ਨ ਜੀ ਤੋਂ 160 ਸਾਲ ਮਗਰੋਂ ਕਲਯੁਗ ਵਿੱਚ ਹੋਏ। ਸਬੂਤ ਉਹਨਾਂ ਵਜੋਂ ਪੇਸ਼ ਹੈ ਸਮਾਂ ਸਾਰਣੀ। ਇਹ ਸਮਾਂ ਸਾਰਣੀ ਜੋਤਿਸ਼ ਤੱਤਵ ਦੇ ਗ੍ਰੰਥ ਅਤੇ ਪੰਚਾਂਗ ਦਵਾਕਰ ਵਿੱਚੋਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਗਈ ਹੈ। ਹੁਣ ਸੁਣੋ ਸਮਾਂ ਸਾਰਣੀ। ਜੈਸੇ ਸਮਾਂ ਮਾਪਣ ਲਈ ਘੜੀ ਜਾਂ ਟਾਈਮ ਪੀਸ ਹੁੰਦਾ ਹੈ, ਕੱਪੜਾ ਮਾਪਣ ਲਈ ਮੀਟਰ ਜਾਂ ਇੰਚੀ ਟੇਪ ਹੈ, ਰਸਤਾ ਮਾਪਣ ਲਈ ਕਿਲੋਮੀਟਰ, ਮੀਲ, ਕੋਹ, ਯੋਜਨ ਆਦਿ ਹੁੰਦੇ ਹਨ। ਤੈਸੇ ਹੀ ਦਿਨ, ਮਹੀਨੇ, ਸਾਲ, ਦਹਾਕੇ, ਸਦੀਆਂ ਮਾਪਣ ਗਿਣਨ ਲਈ ਸਮਾਂ ਸਾਰਣੀ, ਕੈਲੰਡਰ, ਸੰਮਤ, ਸਨ ਆਦਿ ਹੁੰਦੇ ਹਨ। ਜੈਸੇ ਕ੍ਰਿਸ਼ਨ ਜੀ ਦੇ ਜਨਮ ਤੋਂ ਪਹਿਲੇ ਰਾਮ ਦਾ ਜਨਮ ਸੰਮਤ ਪ੍ਰਚਲਿਤ ਸੀ। ਫਿਰ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਸਮੇਂ ਤੋਂ ਸ੍ਰੀ ਕ੍ਰਿਸ਼ਨ ਜਨਮ ਸੰਮਤ ਆਰੰਭ ਹੋਇਆ। ਸ੍ਰੀ ਕ੍ਰਿਸ਼ਨ ਜੀ ਦੀ 32ਵੀਂ ਸਦੀ ਵਿੱਚ ਬਿਕਰਮਾਦਿੱਤ ਹੋਇਆ। ਇਸ ਤੋਂ ਬਿਕਰਮੀ ਦਿੱਤ ਸੰਮਤ ਪ੍ਰਚਲਿਤ ਹੋ ਗਿਆ। ਬਿਕਰਮੀ ਸੰਮਤ ਚੇਤਰ ਸੁਦੀ ਏਕਮ ਭਾਵ ਚੇਤਰ ਦੀ ਮੱਸਿਆ ਤੋਂ ਦੂਜੇ ਦਿਨ ਆਰੰਭ ਹੁੰਦਾ ਹੈ। ਅੱਜ 13 ਅਕਤੂਬਰ 2021 ਈਸਵੀ ਨੂੰ ਬਿਕਰਮੀ ਸੰਮਤ 2078 ਸ਼ੁਰੂ ਹੋਇਆ। ਈਸਵੀ 2021 ਅਤੇ ਬਿਕਰਮੀ 2078 ਤੇ ਆਧਾਰਿਤ ਬਾਕੀ ਸੰਮਤ ਇਸ ਪ੍ਰਕਾਰ ਹਨ। ਕਲਯੁਗ ਭੁਗਤ ਵਰਸ਼ ਸੰਮਤ ਸਾਵਨ ਸੁਦੀ ਪੰਚਮੀ ਤੋਂ ਸ਼ੁਰੂ ਹੁੰਦਾ 5122ਵਾਂ ਸਾਲ ਹੈ। ਮਹਾਤਮਾ ਬੁੱਧ ਸੰਮਤ ਵਿਸਾਖ ਸੁਦੀ ਪੂਰਨਿਮਾ ਤੋਂ ਸ਼ੁਰੂ ਹੁੰਦਾ 2645ਵਾਂ ਸਾਲ ਹੈ। ਮਹਾਵੀਰ ਨਿਰਵਾਣ ਸੰਮਤ ਦੀਪਾਵਲੀ ਤੋਂ ਸ਼ੁਰੂ ਹੁੰਦਾ 2548ਵਾਂ ਸਾਲ ਹੈ। ਹਿਜਰੀ ਸੰਮਤ ਮੁਹੰਮਦ ਜੀ ਦੇ ਮੱਕਾ ਛੱਡ ਕੇ ਮਦੀਨਾ ਜਾਣ ਦੇ ਸਮੇਂ 15 ਜੁਲਾਈ 622 ਈਸਵੀ ਨੂੰ ਆਰੰਭ ਹੋਇਆ ਸੀ। ਮੁਸਲਮਾਨੀ ਮਹੀਨੇ ਮੁਹਰਮ ਦੀ ਪਹਿਲੀ ਤਰੀਕ ਤੋਂ ਸ਼ੁਰੂ ਹੁੰਦਾ 1443ਵਾਂ ਸਾਲ ਹੈ। ਨਾਨਕ ਸ਼ਾਹੀ ਸੰਮਤ ਚੇਤਰ ਮਹੀਨੇ ਦੀ ਸੰਗਰਾਂਦ ਤੋਂ ਸ਼ੁਰੂ ਹੁੰਦਾ 554ਵਾਂ ਸਾਲ ਹੈ। ਖਾਲਸਾ ਨਿਰੂਪਣ ਸੰਮਤ ਵਿਸਾਖ ਮਹੀਨੇ ਦੀ ਸੰਗਰਾਂਦ ਤੋਂ ਸ਼ੁਰੂ ਹੁੰਦਾ 323ਵਾਂ ਸਾਲ ਹੈ। ਸਵਤੰਤਰ ਭਾਰਤ ਸੰਮਤ 15 ਅਗਸਤ ਤੋਂ ਸ਼ੁਰੂ ਹੁੰਦਾ 75ਵਾਂ ਸਾਲ ਹੈ। ਸ੍ਰੀ ਕ੍ਰਿਸ਼ਨ ਜੀ ਦੇ ਜਨਮ ਤੋਂ ਭਾਦਰੋਂਵਦੀ ਅਸ਼ਟਮੀ ਨੂੰ ਸ੍ਰੀ ਕ੍ਰਿਸ਼ਨ ਜਨਮ ਸੰਮਤ ਸ਼ੁਰੂ ਹੋਇਆ, ਜੋ 5257ਵਾਂ ਸਾਲ ਹੈ। ਵਿਸ਼ਨੂੰ ਪ੍ਰਾਣ
ਪ੍ਰਥਮ ਅੰਸ਼ ਅਧਿਆਏ 14 ਅਨੁਸਾਰ ਹਰੇਕ ਮਨਵੰਤਰ ਵਿੱਚ ਸਪਤਰਿਖੀ ਜਨਮ ਲੈਂਦੇ। ਕਲਯੁਗ ਦੇ ਮਨਵੰਤਰ ਵਿੱਚ ਜਦੋਂ ਸਪਤਰਿਖੀ ਪ੍ਰਗਟ ਹੋਏ ਉਦੋਂ ਇਹ ਸਪਤਰਿਖੀ ਸੰਮਤ ਆਰੰਭ ਹੋਇਆ, ਜੋ ਬਿਕਰਮੀ ਸੰਮਤ ਦੇ ਨਾਲ ਦੋਵੇਂ ਇੱਕੇ ਦਿਨ ਸ਼ੁਰੂ ਹੁੰਦੇ ਹਨ। 5097ਵਾਂ ਸਾਲ ਹੈ, ਫਰਕ 160 ਸਾਲ। ਭਾਵ ਸ੍ਰੀ ਕ੍ਰਿਸ਼ਨ ਜਨਮ ਸੰਮਤ ਤੇ ਸ੍ਰੀ ਸਪਤਰਿਖੀ ਸੰਮਤ ਤੋਂ ਪਤਾ ਲੱਗਾ ਕਿ ਸਪਤਰਿਖੀ ਸ੍ਰੀ ਕ੍ਰਿਸ਼ਨ ਜੀ ਤੋਂ 160 ਸਾਲ ਮਗਰੋਂ ਹੋਏ, ਜਿਨ੍ਹਾਂ ਵਾਲਮੀਕ ਜੀ ਨੂੰ ਮਰਾ ਦਾ ਉਪਦੇਸ਼ ਦਿੱਤਾ। ਲੋਕ ਇਸ ਨੂੰ ਚੋਰ, ਡਾਕੂ, ਲਟੇਰਾ ਆਦਿ ਕਹਿੰਦੇ ਹੋਏ ਅਗਿਆਨਤਾ ਵਸ ਰਮਾਇਣ ਦਾ ਲਿਖਾਰੀ ਮੰਨਦੇ ਹਨ, ਪਰ ਇਹ ਰਮਾਇਣ ਦਾ ਲਿਖਾਰੀ ਨਹੀਂ। ਸ੍ਰੀ ਵਾਲਮੀਕੀ ਰਾਮਾਇਣ ਅਯੁੱਧਿਆ ਕਾਂਡ ਸਰਗ 56 ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਜਿਸ ਵਾਲਮੀਕ ਜੀ ਨੇ ਰਮਾਇਣ ਬਣਾਈ ਉਹ ਵਾਲਮੀਕ ਜੀ ਪ੍ਰਚੇਤਾ ਜੀ ਦਾ ਪੁੱਤਰ ਸੀ ਅਤੇ ਤਮਸਾ ਨਦੀ ਕੰਢੇ ਤਪੱਸਿਆ ਕਰਦਾ ਸੀ। ਤੁਸੀਂ ਇਹ 56ਵਾਂ ਸਰਗ ਖੁਦ ਆਪ ਪੜ੍ਹ ਕੇ ਦੇਖ ਸਕਦੇ ਹੋ, ਸੋ ਦੇਖ ਲਵੋ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 4 ਵਾਰ ਆਏ ਪ੍ਰਮਾਣ ਇਸ ਪ੍ਰਕਾਰ ਹੈ। ਰਾਗ ਮਾਰੂ ਮਹੱਲਾ ਚੌਥਾ, ਪੰਨਾ 995। ਮੇਰੇ ਮਨ ਨਾਮ ਜਪਤ ਤਰਿਆ, ਧੰਨਾ ਜੱਟ ਵਾਲਮੀਕ ਬਟਵਾਰਾ, ਗੁਰਮੁਖ ਪਾਰ ਪਾਇਆ। ਰਾਗ ਮਾਰੂ ਮਹੱਲਾ ਪੰਜਵਾਂ, ਪੰਨਾ 999। ਵਾਲਮੀਕ ਸਪਚਾਰੋ ਤਰਿਓ, ਬਦਕ ਤਰੇ ਵਿਚਾਰੇ। ਰਾਗ ਕੇਦਾਰਾ ਬਾਣੀ ਰਵਿਦਾਸ ਜੀ ਕੀ, ਪੰਨਾ 1124। ਰੇ ਚਿੱਤ ਚੇਤ ਚੇਤ ਅਚੇਤ, ਕਾਹੇ ਨਾ ਵਾਲਮੀਕ ਕਹੇ ਦੇਖ। ਕਿਸ ਜਾਤ ਤੇ ਕਹਿ ਪਦਹੇ, ਅਮਰਿਓ ਰਾਮ ਭਗਤ ਵਸੇਖ। ਸੁਆਨ ਸਤਰਾ ਜਾਤ ਸਭ ਤੇ, ਕ੍ਰਿਸ਼ਨ ਲਾਵੇ ਹੇਤ। ਲੋਗ ਨ ਬਪਰਾ ਕਿਆ ਸਰਾਹੇ, ਤੀਨ ਲੋਕ ਪ੍ਰਵੇਸ਼। ਰਾਗ ਬਸੰਤ ਮਹੱਲਾ ਪੰਜਵਾਂ, ਪੰਨਾ 1192। ਵਾਲਮੀਕਹਿ ਹੋਆ ਸਾਧ ਸੰਗ, ਧਰੂ ਕੋ ਮਿਲਿਆ ਹਰ ਨਿਸੰਗ। ਵਾਰ ਭਾਈ ਗੁਰਦਾਸ ਜੀ, ਵਾਰ 10ਵੀਂ, ਪੌੜੀ 19ਵੀਂ। ਵਾਟੇ ਮਾਨਸ ਮਾਰਦਾ, ਬੈਠਾ ਵਾਲਮੀਕ ਵਟਵਾੜਾ। ਪੂਰਾ ਸਤਿਗੁਰ ਭੇਟਿਆ, ਮਨ ਵਿੱਚ ਹੋਆ ਖਿੰਝੋ ਤਾੜਾ। ਮਾਰਨ ਨੂੰ ਲੋਚੇ ਘਣਾ, ਕੱਢ ਨਾ ਹੰਗੇ ਹੱਥ ਉਘਾੜਾ। ਸਤਿਗੁਰ ਮਨੁਆ ਰਾਖਿਆ, ਹੋਏ ਨਾ ਆਵੈ ਉੱਛੈ ਹਾੜਾ। ਔਗਣ ਸਭ ਪ੍ਰਗਾਸ਼ੀਅਨ, ਰੋਜ਼ਗਾਰ ਹੈ ਇਹ ਅਸਾੜਾ। ਘਰ ਵਿੱਚ ਪੁੱਛਣ ਘੱਲਿਆ, ਅੰਤ ਕਾਲ ਹੈ ਕੋਏ ਅਸਾੜਾ। ਕੋੜ ਮੜਾ ਚੌਖੰਨੀਏ, ਕੋਈ ਨਾ ਬੇਲੀ ਕਰਦੇ ਝਾੜਾ। ਸੱਚ ਦ੍ਰਿੜਾਏ ਉਧਾਰਿਅਨ, ਟਾਪਨ ਕੱਥਾ ਉੱਪਰ ਵਾੜਾ। ਗੁਰਮੁਖ ਲੰਘੇ ਪਾਪ ਪਹਾੜਾ। ਔਖੇ ਸ਼ਬਦਾਂ ਦੇ ਅਰਥ। ਲੁਟੇਰਾ, ਬਟਵਾਰਾ, ਲੁਟੇਰਾ। ਸੁਪਚਾਰੋ, ਕੁੱਤਿਆਂ ਨੂੰ ਖਾਣ ਭਾਵ ਮਾਰਨ ਵਾਲਾ। ਸਵਾਨ ਸਤਰ, ਕੁੱਤਿਆਂ ਦਾ ਵੈਰੀ। ਅਜਾਤ, ਨੀਵੀਂ ਜਾਤੀ। ਵਾਲਮੀਕ ਹੋਇਆ ਸਾਧ ਸੰਗ ਭਾਵ ਸੰਤਾਂ ਨਾਲ ਮਿਲਾਪ ਹੋਇਆ। ਖਿੰਝੋ ਤਾੜਾ, ਦਚਿੱਤੀ। ਉਘਾੜਾ, ਹੱਥ ਉਲਾਰ ਕੇ ਪਕੜਨ ਦੀ ਕੋਸ਼ਿਸ਼। ਕੋੜਮੜਾ, ਕੋੜਮਾ, ਸਰੀਕਾ, ਸਾਕ ਸੰਬੰਧੀ ਆਦਿ। ਚੌਖੰਨੀਏ, 4 ਟੋਟੇ ਹੋ ਗਏ ਭਾਵ ਮਨ ਮੁਕਤਾ ਦੇ 4 ਟੋਟੇ ਹੋ ਗਏ। ਤੇ ਉੱਪਰ ਵਾੜਾ ਭਾਵ ਸਾਗਰ ਪਾਰ ਹੋ ਗਿਆ।
ਗੁਰਬਾਣੀ ਅਤੇ ਵਾਰ ਵਿੱਚ ਆਏ ਵੱਖ-ਵੱਖ ਰੂਪਾਂ ਦੇ ਪ੍ਰਮਾਣਾਂ ਵਿੱਚ ਸਿਰਫ ਇੱਕ ਹੀ ਵਾਲਮੀਕ ਜੀ ਦਾ ਜ਼ਿਕਰ ਹੈ। ਪ੍ਰਮਾਣਾਂ ਦਾ ਵਿਸ਼ਾ ਉੱਚੀ ਨੀਵੀਂ ਜਾਤੀ ਦਾ ਨਹੀਂ ਅਤੇ ਨਾ ਹੀ ਕਿਸੇ ਦੇ ਔਗਣ ਚਿਤਾਰਨ ਦਾ ਹੈ। ਸਿਰਫ ਤੇ ਸਿਰਫ ਮਨੁੱਖ ਮਾਤਰ ਨੂੰ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਨ ਦਾ ਵਿਸ਼ਾ ਹੈ। ਇਹ ਕਿ ਨੀਚ ਜਾਤੀ ਦਾ ਵਾਲਮੀਕ ਭਾਵੇਂ ਲਟੇਰਾ ਸੀ, ਭਾਵੇਂ ਕੁੱਤਿਆਂ ਨੂੰ ਮਾਰਨ ਵਾਲਾ ਅਤੇ ਭਾਵੇਂ ਕੁੱਤਿਆਂ ਦਾ ਵੈਰੀ ਸੀ, ਫਿਰ ਵੀ ਸੰਤਾਂ ਦੀ ਕਿਰਪਾ ਨਾਲ ਭਗਤੀ ਕਰਕੇ ਭਾਵ ਰਾਮ ਰਾਮ ਕਹਿ ਕੇ ਪਰਮਾਤਮਾ ਰੂਪ ਹੋ ਗਿਆ ਅਤੇ ਇਸ ਦਾ ਜਸ 3 ਲੋਕਾਂ ਵਿੱਚ ਫੈਲ ਗਿਆ। ਹੇ ਮਨੁੱਖ, ਤੂੰ ਵੀ ਭਗਤੀ ਕਰ ਅਤੇ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ। ਇਸ ਵਾਲਮੀਕ ਜੀ ਨਾਲ ਸੰਬੰਧਿਤ ਸਾਖੀ ਪ੍ਰਮਾਣਕ ਗ੍ਰੰਥਾਂ ਵਿੱਚ ਇਸ ਪ੍ਰਕਾਰ ਹੈ ਕਿ ਜਦੋਂ ਸਪਤਰਿਸ਼ੀ ਰਾਹੇ ਪੈ ਜਾ ਰਹੇ ਸੀ ਅਤੇ ਇਸ ਵਾਲਮੀਕ ਜੀ ਨੇ ਉਹਨਾਂ ਨੂੰ ਲੁੱਟਣ ਵਾਸਤੇ ਘੇਰਿਆ ਤਾਂ ਉਹਨਾਂ ਨੇ ਕਿਹਾ, ਸਪਤਰਿਸ਼ੀ, ਤੂੰ ਇਹ ਪਾਪ ਦਾ ਕਰਮ ਕਿਉਂ ਕਰਦਾ ਹੈ? ਇਸ ਪਾਪ ਦਾ ਲੇਖਾ ਤੈਨੂੰ ਇਕੱਲੇ ਨੂੰ ਦੇਣਾ ਪਊਗਾ। ਭਾਵੇਂ ਘਰੋਂ ਜਾ ਕੇ ਘਰਦਿਆਂ ਨੂੰ ਪੁੱਛਿਆ ਕਿ ਲੇਖਾ ਦੇਣ ਸਮੇਂ ਤੇਰੀ ਮਦਦ ਕਰਨਗੇ। ਵਾਲਮੀਕ ਜੀ, ਮੈਨੂੰ ਘਰ ਭੇਜ ਕੇ ਆਪ ਨੱਠਣ ਦੀ ਕੋਸ਼ਿਸ਼ ਕਰਦੇ ਹੋ। ਸਪਤਰਿਸ਼ੀ, ਅਸਾਂ ਨੂੰ ਇੱਥੇ ਬੰਨ੍ਹ ਕੇ ਘਰੋਂ ਜਾ ਕੇ ਪੁੱਛਿਆ, ਲੇਖਾ ਦੇਣ ਸਮੇਂ ਤੇਰੇ ਘਰ ਦੇ ਤੇਰੀ ਮਦਦ ਕਰਨਗੇ, ਅਸੀਂ ਨੱਠਾਂਗੇ ਨਹੀਂ, ਤੂੰ ਅਸਾਂ ਨੂੰ ਇੱਥੇ ਬੰਨ੍ਹ ਦੇ। ਇਸ ਨੇ ਇਹਨਾਂ ਨੂੰ ਬੰਨ੍ਹ ਦਿੱਤਾ ਅਤੇ ਘਰੋਂ ਵਾਪਸ ਆ ਕੇ ਬੱਦਿਆਂ ਨੂੰ ਖੋਲ੍ਹਦਾ ਹੋਇਆ, ਮੇਰਾ ਪਰਿਵਾਰ ਲੇਖਾ ਦੇਣ ਸਮੇਂ ਮੇਰੀ ਮਦਦ ਨਹੀਂ ਕਰੇਗਾ। ਸਪਤਰਿਸ਼ੀ, ਫਿਰ ਤੂੰ ਇਹ ਪਾਪ ਦਾ ਕਰਮ ਛੱਡ ਦੇ। ਵਾਲਮੀਕ ਜੀ, ਇਹ ਕਰਮ ਛੱਡ ਕੇ ਮੈਂ ਕੀ ਕਰਾਂ? ਸਪਤਰਿਸ਼ੀ ਵਿਚਾਰਦੇ ਹੋਏ, ਬ੍ਰਾਹਮਣ ਸੰਸਥਾਵਾਂ ਵੱਲੋਂ ਸ਼ੂਦਰ ਨੂੰ ਸ਼ੁੱਧ ਸਿੱਖਿਆ ਦੇਣ ਦਾ ਅਧਿਕਾਰ ਨਹੀਂ। ਇਹ ਵਿਚਾਰ ਕੇ ਕਿ ਜੇ ਇਸ ਨੂੰ ਸਿੱਖਿਆ ਦੇਵਾਂਗੇ ਤਾਂ ਬ੍ਰਾਹਮਣ ਸੰਸਥਾ ਇਸ ਦੇ ਵੀ ਵਿਰੁੱਧ ਹੋ ਜਾਣਗੀਆਂ ਅਤੇ ਅਸਾਂ ਦੇ ਵਿਰੁੱਧ ਵੀ ਹੋ ਜਾਣਗੀਆਂ। ਇਹ ਸੋਚ ਕੇ ਵਿਚਾਰ ਕੇ ਇਹਨਾਂ ਸਪਤਰਿਸ਼ੀਆਂ ਨੇ ਵਿਚਾਰਨ ਤੋਂ ਉਪਰੰਤ ਇੱਕ ਰਿਸ਼ੀ ਨੇ ਆਗੂ ਹੋ ਕੇ ਕਿਹਾ, ਤੂੰ ਮਰਾ ਕਿਹਾ ਕਰ। ਭਾਵ ਰਾਮ ਨੂੰ ਉਲਟਾ ਕੇ ਰਾਮ ਦਾ ਮਰਾ ਬਣਾ ਦਿੱਤਾ। ਇਹ ਕਹਿ ਕੇ ਉਹ ਚਲੇ ਗਏ ਅਤੇ ਇਹ ਮਰਾ ਦਾ ਸ਼ਬਦ ਜਾਪ ਜਪਣ ਲੱਗਾ। ਲਗਾਤਾਰ ਕਹਿਣ ਨਾਲ ਮਰਾ ਸ਼ਬਦ ਰਾਮ 'ਚ ਬਦਲ ਗਿਆ। ਰਿਸ਼ੀਆਂ ਦਾ ਮੰਤਵ ਵੀ ਇਹੋ ਸੀ ਕਿ ਮਰਾ ਕਹਿੰਦਾ ਰਾਮ ਹੋ ਜਾਏਗਾ, ਅਸੀਂ ਸੰਸਥਾਵਾਂ ਵੱਲੋਂ ਵੀ ਬਚ ਜਾਵਾਂਗੇ ਅਤੇ ਇਹ ਵੀ ਸੰਸਥਾਵਾਂ ਦੇ ਕਰੋਪੀ ਤੋਂ ਬਚ ਜਾਏਗਾ। ਅਗਿਆਨਤਾਵਸ ਲੋਕ ਇਸ ਵਾਲਮੀਕ ਜੀ ਨੂੰ ਰਮਾਇਣ ਦਾ ਲਿਖਾਰੀ ਮੰਨਦੇ, ਪਰ ਇਹ ਰਮਾਇਣ ਦਾ ਲਿਖਾਰੀ ਨਹੀਂ। ਇੱਥੇ ਵਿਚਾਰਨਯੋਗ ਗੱਲਾਂ ਇਹ ਹਨ ਕਿ ਗੁਰਬਾਣੀ ਅਤੇ ਵਾਰ ਦੇ ਸ਼ਬਦਾਂ ਦੀ ਕੋਈ ਵੀ ਪੰਕਤੀ ਇਹ ਇਸ਼ਾਰਾ ਨਹੀਂ ਕਰਦੀ ਕਿ ਲੁਟੇਰਾਪਨ ਛੱਡ ਕੇ ਇਹ ਪੜ੍ਹਿਆ ਲਿਖਿਆ ਵੇਦਾਂ ਸ਼ਾਸਤਰਾਂ ਦਾ ਗਿਆਤਾ ਹੋ ਕੇ ਕਾਵਿ ਰਚਨਾ ਕਰਨ ਲੱਗਾ, ਕਾਵਿ ਦੀਆਂ ਗੁੰਝਲਾਂ ਦਾ ਮਾਹਰ ਹੋ ਕੇ ਰਮਾਇਣ ਲਿਖਣ ਲੱਗਾ। ਇਹ ਗੱਲ ਕਿਸੇ ਵੀ ਪੰਕਤੀ ਵਿੱਚ ਨਹੀਂ। ਭਾਈ ਗੁਰਦਾਸ ਜੀ ਦੀ ਵਾਰ ਦੀਆਂ 8.5 ਪੰਕਤੀਆਂ ਹਨ। ਉਹਨਾਂ ਪੰਕਤੀਆਂ ਵਿੱਚ ਅਜਿਹਾ ਕੋਈ ਪ੍ਰਮਾਣ ਨਹੀਂ, ਸਿਰਫ ਇਹੋ ਪ੍ਰਮਾਣ ਲਿਖਿਆ ਹੈ ਕਿ ਘਰ ਦੇ ਵਿੱਚ ਪੁੱਛਣ ਘੱਲਿਆ ਅਤੇ ਹੋਰ ਕੋਈ ਗੱਲ ਪੜ੍ਹਨ ਵਾਲੀ ਨਹੀਂ ਲਿਖੀ, ਕਿਉਂਕਿ ਰਮਾਇਣ ਦੀ ਸਾਰੀ ਲਿਖਤ ਕਾਵਿ ਰਚਨਾ ਭਾਵ ਕਵਿਤਾ ਵਿੱਚ ਹੈ। ਜੇ ਅਜਿਹਾ ਹੁੰਦਾ ਤਾਂ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਵਿੱਚ ਇਸ਼ਾਰਾ ਜ਼ਰੂਰ ਹੋਣਾ ਸੀ, ਜੈਸੇ ਘਰ ਵਿੱਚ ਪੁੱਛਣ ਘੱਲੇ ਦਾ ਇਸ਼ਾਰਾ ਹੈ। ਰਾਮ ਦੇ ਦਾਦੇ ਪੜਦਾਦੇ ਦਾ ਦਾਦਾ ਪੜਦਾਦਾ ਸੀ ਜਿਸ ਨੇ ਮਨੂ ਸਿਮਰਤੀ ਲਿਖੀ। ਇਸੇ ਮਨੂ ਸਿਮਰਤੀ ਦੇ ਕਾਨੂੰਨ ਅਨੁਸਾਰ
ਬ੍ਰਾਹਮਣਾਂ ਨੇ ਰਾਮ ਨੂੰ ਪ੍ਰੇਰਿਆ। ਰਾਮ ਨੇ ਇਸੇ ਕਾਨੂੰਨ ਦੀ ਪਾਲਣਾ ਕਰਦਿਆਂ ਸੁੰਬਕ ਰਿਖੀ ਦਾ ਕਤਲ ਕੀਤਾ। ਸੁੰਬਕ ਰਿਖੀ ਦਾ ਕਤਲ ਵਾਲਮੀਕੀ ਰਾਮਾਇਣ ਉੱਤਰਕਾਂਡ ਸਰਗ 87-88 ਤੋਂ ਪੜ੍ਹ ਕੇ ਦੇਖੋ। ਜੋ ਬ੍ਰਾਹਮਣਾਂ ਦੀ ਐਲਾਨੀ ਹੋਈ ਸ਼ੂਦਰ ਜਾਤੀ ਦਾ ਵਿਅਕਤੀ ਸੀ ਸੁੰਬਕ ਰਿਖੀ। ਇਹ ਤਾਂ ਭਲਾ ਹੋਵੇ ਇਹਨਾਂ ਸਪਤ ਰਿਖੀਆਂ ਦਾ ਜਿਹੜੇ ਬ੍ਰਾਹਮਣਾਂ ਦੇ ਚੱਕਰ ਵਿਊਹ ਵਿੱਚੋਂ ਮਰਾ ਦੱਸ ਕੇ ਆਪ ਵੀ ਬਚੇ ਅਤੇ ਇਸ ਨੂੰ ਵੀ ਬਚਾ ਗਏ। ਨਹੀਂ ਤੇ ਬ੍ਰਾਹਮਣ ਲੋਕਾਂ ਨੇ ਉਹ ਕੁਝ ਕਰਾਉਣਾ ਸੀ ਜੋ ਰਾਮ ਤੋਂ ਸੁੰਬਕ ਰਿਖੀ ਦਾ ਕਰਵਾਇਆ, ਭਾਵ ਕਤਲ ਕਰਵਾ ਦੇਣਾ ਸੀ। ਇਹ ਹੈ ਭਗਵਾਨ ਜੋ ਸ਼੍ਰੀ ਰਮਾਇਣ ਦੇ ਲਿਖਾਰੀ ਹਨ ਉਹ ਪਹਿਲੇ ਹਨ ਅਤੇ ਦੂਜੇ ਰਮਾਇਣ ਦੇ 56 ਸਰਗ ਦੇ ਵਿੱਚ ਦਰਜ ਹੈ ਅਤੇ ਇਹ ਤੀਜੇ ਹਨ ਜੋ ਭਾਈ ਗੁਰਦਾਸ ਜੀ ਅਤੇ ਗੁਰਬਾਣੀ ਦੇ ਵਿੱਚ ਆਏ ਹਨ। ਇਸ ਦਾ ਪ੍ਰਸੰਗ ਜੋ ਪ੍ਰਗਟ ਦਿਵਸ 'ਤੇ ਵਿਸ਼ੇਸ਼ ਲੇਖ ਇੱਥੇ ਸਮਾਪਤ ਹੋ ਜਾਂਦਾ ਹੈ ਅਤੇ ਹੁਣ ਹੈ ਸੰਗ੍ਰਹਿ ਕਰਤਾ ਲਿਖਾਰੀ ਵੱਲੋਂ ਸਰਵਣ ਕਰੋ। ਸੰਗ੍ਰਹਿ ਕਰਤਾ ਗਿਆਨੀ ਬਲਵੀਰ ਸਿੰਘ ਸ਼ੌਂਕੀ ਵੱਲੋਂ ਪ੍ਰਗਟ ਦਿਵਸ 'ਤੇ ਵਿਸ਼ੇਸ਼ ਭਗਵਾਨ ਵਾਲਮੀਕ ਜੀ ਦੇ ਬਾਰੇ ਖੋਜ ਭਰਪੂਰ ਲੇਖ ਦੀਆਂ ਪਾਈਆਂ 5 ਕਿਸ਼ਤਾਂ ਅਤੇ 6ਵੀਂ ਅੱਜ 30 ਅਕਤੂਬਰ 2021 ਨੂੰ ਇਹਨਾਂ 6 ਕਿਸ਼ਤਾਂ ਦਾ ਸਪਸ਼ਟੀਕਰਨ ਜੋ ਇਸ ਸੰਗ੍ਰਹਿ ਕਰਤਾ ਵੱਲੋਂ ਹੈ ਸਰਵਣ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ, ਵਾਰਾਂ ਭਾਈ ਗੁਰਦਾਸ ਜੀ, ਸ੍ਰੀ ਸਾਖੀ ਪ੍ਰਮਾਣ ਗ੍ਰੰਥ, ਸ੍ਰੀ ਜੋਗ ਵਿਸ਼ਿਸ਼ਟ, ਸ੍ਰੀ ਵਾਲਮੀਕੀ ਰਾਮਾਇਣ, ਸ੍ਰੀ ਤੁਲਸੀ ਰਾਮਾਇਣ, ਸ੍ਰੀ ਮਹਾਭਾਰਤ, ਸ੍ਰੀ ਵਿਸ਼ਨੂੰ ਪੁਰਾਣ, ਸ੍ਰੀ ਮਦ ਭਾਗਵਤ ਪੁਰਾਣ, ਸ੍ਰੀ ਮਤਸੈ ਪੁਰਾਣ ਅਤੇ ਮਨੂ ਸਿਮਰਤੀ ਆਦਿ ਗ੍ਰੰਥਾਂ ਵਿੱਚੋਂ ਖੋਜ ਕੇ ਭਗਵਾਨ ਵਾਲਮੀਕ ਜੀ ਦਾ ਬਿਰਤਾਂਤ ਲਿਖਿਆ ਹੈ। ਇਸ ਸੰਗ੍ਰਹਿ ਕਰਤਾ ਲੇਖਕ ਵੱਲੋਂ ਇੱਕ ਲਫ਼ਜ਼ ਤਾਂ ਦੂਰ ਦੀ ਗੱਲ, ਇੱਕ ਅੱਖਰ ਵੀ ਇਸ ਲੇਖ ਵਿੱਚ ਨਹੀਂ ਪਾਇਆ ਗਿਆ। ਪਾਠਕ ਆਪਣੀ ਤਸੱਲੀ ਕਰਨ ਵਾਸਤੇ ਇਸ ਲੇਖ ਵਿੱਚ ਦਿੱਤੇ ਗ੍ਰੰਥਾਂ ਦੇ ਨਾਮ, ਸ਼ਬਦ, ਸ਼ਲੋਕ, ਅੰਸ਼, ਅਧਿਆਏ, ਸਰਗ ਆਦਿ ਪੜ੍ਹ ਕੇ ਦੇਖ ਸਕਦੇ ਹਨ। ਸੋ ਦੇਖ ਲਵੋ। ਇੱਥੇ ਸਮਾਪਤੀ ਹੈ। ਦਾਸਾਨ ਦਾਸ ਬਲਵੀਰ ਸਿੰਘ, ਜਾਤੀ ਵਾਲਮੀਕੀ, ਗੋਤ ਘਾਰੂ, ਪਿੰਡ ਮੀਏਵਾਲ ਮੌਲਵੀਆਂ ਸ਼ਾਹਕੋਟ, ਜ਼ਿਲ੍ਹਾ ਜਲੰਧਰ, ਪੰਜਾਬ। ਸੋ ਇਹ 6ਵੀਂ ਕਿਸ਼ਤਾਂ ਪ੍ਰਗਟ ਦਿਵਸ ਨੂੰ ਸਮਰਪਿਤ ਅਤੇ ਇਸ ਵਿੱਚ ਜੋ 7ਵੀਂ ਕਿਸ਼ਤ ਪਾਈ ਗਈ ਹੈ ਅਰਦਾਸ, ਇਹ ਸਾਰੀਆਂ 20 ਅਕਤੂਬਰ 2021 ਦੇ ਪ੍ਰਗਟ ਦਿਵਸ ਨੂੰ ਸਮਰਪਿਤ ਹਨ। ਸੋ ਇਸ ਤੋਂ ਅਗਲੀ ਕਿਸ਼ਤ ਵਿੱਚ ਦਲਿਤ ਭਾਈਚਾਰੇ ਦੇ ਰਾਜਸੀ ਹੱਕ ਦੇ ਸਿਰਲੇਖ ਹੇਠ ਅਗਲੀ ਕਿਸ਼ਤ ਆਵੇਗੀ। ਸੋ ਦਿਓ ਪਿਆਰ ਦਾ ਸਬੂਤ। ਗੱਜ ਕੇ ਆਖੋ ਜੋ ਬੋਲੇ ਸੋ ਨਿਰਭੈ। ਪ੍ਰਭੂ ਵਾਲਮੀਕ ਭਗਵਾਨ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।